20,000 ਕਰੋੜ ਦੀ ਜਾਇਦਾਦ ਔਰ ਇਹ ਉਸ ਜਾਇਦਾਦ ਦੀ ਉਹ ਇਹ ਕਹਿ ਲਿਆ ਜਾਵੇ ਵਸੀਅਤ ਜਿਹੜੀ ਜਾਲੀ ਸੀ। ਜਾਲੀ ਕਿਵੇਂ ਸਾਬਿਤ ਹੋਈ? ਲੈਪਟਾਪ ਦੇਖ ਰਹੇ ਹੋ, ਲੈਪਟਾਪ ਨੂੰ ਚਲਾਇਆ ਡਾਕਟਰ ਜੈਸੀ ਆਨੰਦ ਨੇ। ਡਾਕਟਰ ਜੈਸੀ ਆਨੰਦ ਸਾਡੇ ਨਾਲ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਸਰ। 20,000 ਕਰੋੜ ਦੀ ਜਾਇਦਾਦ ਪਹਿਲੀ ਵਾਰ 93 ਦੇ ਵਿੱਚ ਜਦੋਂ ਇਹ ਕੇਸ ਉੱਠਦਾ, ਤੁਹਾਡੇ ਕੋਲ ਕੇਸ ਆਇਆ, ਕਦੋਂ ਤੁਹਾਡੇ ਕੋਲ ਆਇਆ ਔਰ ਤੁਹਾਡੇ ਕੋਲ ਕੀ ਫੈਕਟਸ ਆਏ ਸੀ? ਸਰ ਮੇਰੇ ਕੋਲ 2013 ਦੇ ਵਿੱਚ ਮੈਨੂੰ ਕਾਉਂਸਲ ਮਿਸਟਰ ਮਨਜੀਤ ਖੇੜਾ ਨੇ ਅਪਰੋਚ ਕੀਤਾ, ਨਾਲ ਉਹਨਾਂ ਦੇ ਕਲਾਇੰਟ ਸੀ ਤੇ ਉਹਨਾਂ ਨੇ ਮੈਨੂੰ ਵਸੀਅਤ ਦਿਖਾਈ ਕਿ ਮੈਂ ਆਪਣਾ ਓਪੀਨੀਅਨ ਫਾਰਮ ਕਰਾਂ। ਵਾਟ ਇਜ਼ ਮਾਈ ਓਪੀਨੀਅਨ ਰਿਗਾਰਡਿੰਗ ਦਿਸ। ਮੈਂ ਆਪਣਾ ਓਪੀਨੀਅਨ ਦੇਖਿਆ ਤੇ ਮੈਨੂੰ 4-5 ਦਿਨ ਲੱਗ ਗਏ ਇਹਨੂੰ ਅੱਛੀ ਤਰ੍ਹਾਂ ਇੰਸਟਰੂਮੈਂਟਸ ਦੇ ਨਾਲ ਇਹਨੂੰ। ਤੁਹਾਡੇ ਕੋਲ ਆਇਆ ਕੀ ਕੁਝ ਸੀਗਾ? ਕਿਉਂਕਿ ਇਹ ਕੇਸ ਜਿਹੜਾ ਹੈਗਾ ਆਪਣੇ ਆਪ ਵਿੱਚ ਬੜਾ ਇੰਟਰਸਟਿੰਗ ਵੀ ਹੈਗਾ, ਬੜਾ ਇੱਕ ਵੱਖਰਾ ਹੈਗਾ, ਲੈਂਥੀ ਕੇਸ ਸੀਗਾ, 3 ਵੱਖਰੀ ਵਿਲ ਸੀਗੀਆਂ, ਹੈ ਨਾ? 2 ਇੰਗਲਿਸ਼ ਦੀਆਂ ਸੀ, ਗੁਰਮੁਖੀ ਦੀ ਸੀ ਆਪਣੀ। ਮੈਂ ਇਹਦੇ ਈਚ ਐਂਡ ਐਵਰੀਥਿੰਗ ਐਗਜ਼ਾਮਿਨ ਕੀਤਾ। ਫਿਰ ਮੈਂ ਸਰ ਨੂੰ ਕਿਹਾ ਮੈਨੂੰ ਜਿਹੜੀ ਵਸੀਅਤ ਦੀ ਡੇਟ ਹੈ ਉਹਦੇ ਨੇੜੇ ਦੇ ਰਾਜਾ ਹਰਿੰਦਰ ਬਰਾੜ ਦੀ ਤੁਸੀਂ ਮੈਨੂੰ ਉਹਦੇ ਸਿਗਨੇਚਰਸ ਦਿੱਤੇ ਜਾਣ ਤਾਂ ਕਿ ਮੈਂ ਦੋਨਾਂ ਨੂੰ ਮਿਲਾ ਸਕਾਂ ਸਿਗਨੇਚਰਸ ਨੂੰ। ਮੈਨੂੰ ਰਾਜਾ ਹਰਿੰਦਰ ਬਰਾੜ ਦੇ ਉਹਨਾਂ ਨੇ ਕਲੋਜ਼ ਸਿਗਨੇਚਰਸ ਦਿੱਤੇ। ਰਾਈਟ, ਸਾਨੂੰ ਦਿਖਾ ਵੀ ਦਿਓ ਕਿੱਥੇ। ਮੈਂ ਦਿਖਾਣੀ ਜੀ ਤੁਹਾਨੂੰ। ਇਹ ਦੇਖਿਆ ਜੀ, ਇਹ ਰਾਜਾ ਹਰਿੰਦਰ ਬਰਾੜ ਦੇ ਜਿਹੜੇ ਤੁਹਾਡੇ ਇਹ ਸਿਗਨੇਚਰਸ ਨੇ, ਉਹਨਾਂ ਦੇ ਅਸਲ ਸਿਗਨੇਚਰਸ ਹੈ। ਇਹ ਸਰ ਉਹਨਾਂ ਨੇ ਲੈਟਰ ਲਿਖੇ ਸੀ ਆਪਣੇ। ਅੱਛਾ, ਇਹ ਚਿੱਠੀਆਂ ਲਿਖੀਆਂ ਸੀਗੀਆਂ, ਉਸੇ ਦਸਖਤ ਸੀਗੇ। ਇਹ ਦੇਖੋ ਜੀ, ਇਹ ਦਸਖਤ ਸੀ। ਇਹ ਦਸਖਤ ਦੇਖੋ ਜੀ, ਤੁਸੀਂ ਆਪਾਂ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾ ਗੋਲੀ ਵਾਂਗ ਸਿਗਨੇਚਰ ਕੀਤੇ ਗਏ ਹਨ। ਇਹਦੇ ਵਿੱਚ ਕੋਈ ਪੈਨ, ਬਿਕੋਜ਼ ਹੀ ਵਾਸ ਅ ਵੈਰੀ ਲਰਨਡ ਪਰਸਨ, ਵੈਲ ਐਜੂਕੇਟਿਡ ਪਰਸਨ। ਉਹਨਾਂ ਨੇ ਸਿਗਨੇਚਰਸ ਬਿਲਕੁਲ ਬਿਨਾਂ ਕਿਸੇ ਪੈਨ ਚੁੱਕੇ ਕਰਦੇ ਹੁੰਦੇ ਸੀ, ਬਿਨਾਂ ਪੈਨ ਚੁੱਕੇ ਸਿਗਨੇਚਰ ਕਰਦੇ ਹੁੰਦੇ ਸੀ। ਐਂਡ ਵਿਦਨ ਅਸੀਂ ਉਹਨੂੰ ਫੋਰੈਂਸਿਕ ਸਾਇੰਸ ਕਹਿੰਦੇ ਆ, ਇਨ ਸਿੰਗਲ ਪੈਨ ਆਪਰੇਸ਼ਨ ਸਿਗਨੇਚਰਸ ਉਹਨਾਂ ਨੇ ਗੋਲੀ ਵਾਂਗ ਕੀਤੇ ਹੋਏ ਆ, ਬਿਲਕੁਲ ਵੈਰੀ ਫਲੂਐਂਟਲੀ ਐਂਡ ਰੈਪਿਡਲੀ। these signatures were done। ਜਦੋਂ ਇਹ ਸਿਗਨੇਚਰਸ ਅਸੀਂ ਮਿਲਾਨ ਕੀਤਾ ਡਿਸਪਿਊਟਡ ਸਿਗਨੇਚਰਸ ਦੇ ਨਾਲ, ਇਹ ਦੇਖੋ ਸਿਗਨੇਚਰਸ ਕਿੰਨੇ ਜ਼ਬਰਦਸਤ ਕੀਤੇ ਹੋਏ ਆ। ਇਹ ਉਹਨਾਂ ਨੇ ਇੱਕ ਲੈਟਰ ਲਿਖੀ ਸੀ। ਇਹ 2002 ਵਿੱਚ ਤੁਹਾਡੇ ਕੋਲ ਆਇਆ ਸਰ? ਐਕਚੁਅਲੀ ਇਹ 2013 ਦੇ ਵਿੱਚ। 2013 ਦੇ ਵਿੱਚ ਤੁਹਾਡੇ ਕੋਲ ਆਇਆ, ਠੀਕ ਹੈ ਠੀਕ ਹੈ। ਇਹ ਹੁਣ ਅਸੀਂ ਉਹਨਾਂ ਦੇ ਪੁਰਾਣੇ ਸਿਗਨੇਚਰਸ ਕੱਢੇ ਫਿਰ ਸਾਰੇ। 2013 ਵਿੱਚ ਆ ਜਿਹੜੀ ਲੈਬ ਹੈਗੀ ਹੈ, ਅਸੀਂ ਦਰਸ਼ਕਾਂ ਨੂੰ ਵੀ ਦੱਸਦੀ ਹੈ, ਰਜਿੰਦਰ ਇੱਕ ਵਾਰ ਆ ਤਸਵੀਰਾਂ ਦਿਖਾ ਨੇ। ਇਹ ਇਕਵਿਪਮੈਂਟਸ ਨੇ ਜਿਨ੍ਹਾਂ ਦੇ ਨਾਲ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਕਿ ਕੀ ਚੀਜ਼ ਫਰਜ਼ੀ ਹੈਗੀ ਹੈ, ਕੀ ਚੀਜ਼ ਅਸਲ ਹੈਗੀ ਹੈ। ਇਹ ਸਾਰੇ ਇਕਵਿਪਮੈਂਟ ਨੇ, ਦੇਖਣ ਨੂੰ ਬੜਾ ਸਿੰਪਲ ਜਿਹੇ ਲੱਗ ਰਹੇ ਆ, ਦੇਖਣ ਨੂੰ ਬਹੁਤ ਸਧਾਰਨ ਜਿਹੀ ਚੀਜ਼ਾਂ ਲੱਗ ਰਹੀਆਂ ਨੇ, ਪਰ ਜਦੋਂ ਪਰਤਾਂ ਫਰੋਲਦੇ ਨੇ ਤਾਂ ਇਹ ਸਾਰੇ ਇਕਵਿਪਮੈਂਟ ਜਿਹੜੇ ਹੈਗੇ ਉਹ ਕੰਮ ਸਰ ਇਹ ਤੁਹਾਡੇ ਬਿਲਕੁਲ ਇਸ ਤਰ੍ਹਾਂ ਆਉਂਦੇ ਆ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਬਾਲ ਦੀ ਖਾਲ ਉਖੇੜ ਕੇ ਰੱਖ ਦਿੰਦੇ ਆ। ਅਸੀਂ ਇਹਨਾਂ ਨੂੰ ਜਦੋਂ ਆਪਣੀ ਲੈਬ ਦੇ ਵਿੱਚ ਐਗਜ਼ਾਮਿਨ ਕੀਤਾ, ਸਾਨੂੰ ਇੱਕ ਸਟ੍ਰੋਕ ਸਿਗਨੇਚਰ ਦਾ ਜੋ ਡਿਸਪਿਊਟਡ ਸੀ ਉਹਦਾ ਸਟੈਂਡਰਡ ਨਾਲੋਂ ਸਾਨੂੰ ਇੱਕ ਸਿਗਨੇਚਰ ਇਵਨ ਅਗਰ ਲੇਮੈਨ ਵੀ ਉਹਨੂੰ ਦੇਖੇਗਾ ਨਾ ਉਹ ਵੀ ਹੈਰਾਨ ਰਹਿ ਜਾਏਗਾ ਵੀ ਦੇਖਣ ਨੂੰ ਤਾਂ ਇੱਕਦਮ ਸੇਮ ਲੱਗਦੇ ਆ, ਲੇਕਿਨ H5 A5 ਉਹਨਾਂ ਦੇ ਜ਼ਮੀਨ ਅਸਮਾਨ ਦਾ ਫਰਕ ਹੈ। ਕਿੰਨੀ ਵਾਰੀ ਪੈਨ ਚੁੱਕਿਆ, ਕਿੰਨੀ ਵਾਰ ਰੱਖਿਆ ਗਿਆ। ਇਹ ਤਾਂ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਹਾਂ ਠੀਕ ਹੈ ਅਸੀਂ ਸਾਈਨ ਕਰਤੇ, ਸਿਗਨੇਚਰ ਕਰਤੇ, ਹੋ ਸਕਦਾ ਸਿਮਿਲਰ ਜਾਂ ਡਿਜ਼ਾਈਨ ਤਾਂ ਬਣਾ ਹੀ ਦਿੱਤਾ ਨਾ, ਦੇਖਣ ਨੂੰ ਤਾਂ ਸਿਮਿਲਰ ਲੱਗਦਾ ਹੈ। ਤੁਹਾਡੇ ਕੋਲ ਜਦੋਂ ਆਉਂਦਾ ਹੈ ਤੁਸੀਂ ਕਿਸ ਚੀਜ਼ ਚੈੱਕ ਕਰਦੇ ਹੋ? ਉਹ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਵੀ ਫੜੇ ਕਿਵੇਂ ਜਾਂਦੇ? ਹਾਂ ਮੈਂ ਦੱਸਦੀ ਹਾਂ। ਜਦੋਂ ਸਿਗਨੇਚਰ ਸਾਡੇ ਕੋਲ ਆਉਂਦਾ ਹੈ, ਲੇਮੈਨ ਦੇਖਦਾ ਆਊਟਵਰਡ ਪਿਕਟੋਰੀਅਲ ਫਾਰਮੇਸ਼ਨ। ਆਊਟਵਰਡ ਪਿਕਟੋਰੀਅਲ ਫਾਰਮੇਸ਼ਨ ਦਾ ਮਤਲਬ ਹੈ ਸਿਰਫ ਉੱਪਰਲੀ ਬਣਾਵਟ ਦੇਖਣੀ, ਠੀਕ ਹੈ। ਪਰ ਇੱਕ ਜਦੋਂ ਐਕਸਪਰਟ ਕੋਲ ਸਿਗਨੇਚਰ ਆਉਂਦਾ ਹੈ, ਐਕਸਪਰਟ ਉਹਦੀ ਇੰਡੀਵਿਜੂਅਲ ਕਰੈਕਟਰਿਸਟਿਕਸ ਦੇਖਦਾ ਹੈ। ਇੰਡੀਵਿਜੂਅਲ ਕਰੈਕਟਰਿਸਟਿਕਸ ਦਾ ਮਤਲਬ ਹੈ ਕਿੰਨੀ ਵਾਰੀ ਪੈਨ ਚੁੱਕਿਆ ਗਿਆ, ਕਿੰਨੀ ਵਾਰੀ ਰੱਖਿਆ ਗਿਆ, ਕਿੰਨੀ ਵਾਰੀ ਲਾਈਨ ਤੇ ਲਾਈਨ ਮਾਰੀ ਗਈ। ਅਗਰ ਐਚ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਲੂਪ ਬਣਾਉਣਾ, ਆਈਲੈਟ ਬਣਾਉਣਾ, ਕੁੰਡੀ ਜੀ ਪਾਣੀ, ਉਹ ਹਰੇਕ ਰਾਈਟਰ ਦਾ ਆਪਣਾ ਵੱਖੋ ਵੱਖ ਤਰੀਕਾ ਹੁੰਦਾ ਹੈ। ਰਾਜਾ ਸਾਹਿਬ ਦੇ ਜਿਹੜੇ ਸਿਗਨੇਚਰ ਸੀਗੇ ਉਸ ਦੇ ਨਾਲ ਸਾਨੂੰ ਸਮਝਾਓ ਕਿ ਇਹ ਅਸੀਂ ਕਿਵੇਂ ਸਮਝੀਏ, ਕਿਉਂਕਿ ਇਹ ਤਾਂ ਕਰਨ ਵਾਲੇ ਨੂੰ ਇਹ ਲੱਗਦਾ ਮੈਂ ਤਾਂ ਐਕਸਪਰਟ ਹੋ ਗਿਆ ਹੁਣ। ਅੱਛਾ, ਬੱਚਾ ਨੂੰ ਇਹ ਲੱਗਦਾ ਨਾ, ਬੱਚੇ ਜੋ ਸਕੂਲ ਵਿੱਚ ਪੜ੍ਹਦੇ ਹੁੰਦੇ ਵੀ ਕਿਸੇ ਦੇ ਪਾਪਾ ਦੇ ਸਿਗਨੇਚਰ ਕਰਨੇ ਮੈਂ ਮਿੰਟ ਵਿੱਚ ਕਰ ਦਾਂਗਾ, ਹੈ ਨਾ, ਫਾਰਮੇਸ਼ਨ ਹੋ ਗਈ, ਸੇਮ ਹੋ ਗਈ। ਇਹ ਪਤਾ ਕਿਵੇਂ ਲੱਗਦਾ ਫੋਰੈਂਸਿਕ ਐਕਸਪਰਟ ਕਿਵੇਂ? ਜਿਸ ਤਰ੍ਹਾਂ ਸਰ ਇਹ ਤੁਸੀਂ ਦੇਖੋਗੇ ਐਚ ਪਾਇਆ ਹੋਇਆ, ਇਹਨਾਂ ਨੇ ਐਚ ਇੱਥੋਂ ਹੀ ਘੁਮਾਇਆ, ਇਹਨੂੰ ਅਸੀਂ ਆਈਲੈਟ ਕਹਿੰਦੇ ਜਿਹੜਾ ਉੱਪਰ ਹੈ, ਇਹਨਾਂ ਨੂੰ ਆਈਲੈਟਸ ਐਸ ਕਾਮਨ ਪੈਨ ਆਪਰੇਸ਼ਨ ਚ ਇੱਕੋ ਪੈਨ ਆਪਰੇਸ਼ਨ ਹੈ, ਬਿਨਾਂ ਪੈਨ ਚੁੱਕੇ ਹੋਏ, ਠੀਕ ਹੈ, ਇਹਨਾਂ ਨੇ ਪਾਤਾ। ਹੁਣ ਜਿਹੜਾ ਫੋਰਜਰ ਹੈ, ਫੋਰਜਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਆਮ ਬੰਦੇ ਤੋਂ ਜ਼ਿਆਦਾ ਸ਼ਾਤਰ ਹੁੰਦਾ ਹੈ, ਠੀਕ ਹੈ। ਜਦੋਂ ਫੋਰਜਰ ਇਹਨਾਂ ਦਾ ਸਿਗਨੇਚਰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਵੀ ਆਈਲੈਟ ਬਣਾਏਗਾ, ਠੀਕ ਹੈ। ਫੋਰਜਰ ਬੇਵਕੂਫ ਨਹੀਂ ਹੈ, ਫੋਰਜਰ ਵੀ ਆਈਲੈਟ ਬਣਾਏਗਾ, ਲੇਕਿਨ ਉਹ ਆਈਲੈਟ ਬਣਾਇਆ, ਉਹਨੇ ਪੈਨ ਚੱਕ ਲਿੱਤਾ, ਪੈਨ ਚੱਕਿਆ, ਇੱਥੇ ਇਹਨੂੰ ਅਸੀਂ ਕਹਿੰਦੇ ਇਹ ਸਟ੍ਰੋਕ ਉਹਨੇ ਪੈਨ ਚੱਕ ਕੇ ਜੋੜ ਦਿੱਤਾ। ਅਸੀਂ ਇਹਨੂੰ ਕਹਿੰਦੇ ਕੇਅਰਫੁਲ ਜੁਆਇਨਿੰਗ। ਰਜਿੰਦਰ ਇੱਕ ਵਾਰੀ ਫੇਰ ਦਿਖਾਓ ਇਧਰ ਤਸਵੀਰ ਦੇ ਵਿੱਚ, ਇਹਨੂੰ ਆਪਾਂ ਹੋਰ ਡੂੰਘਾਈ ਦੇ ਨਾਲ ਸਮਝਾਉਂਦੇ ਆ। ਦੇਖੋ ਜੀ, ਇੱਕ ਦਸਤਖਤ ਨੇ ਕਿਵੇਂ ਸਾਰੀ ਵਿਲ ਦਾ ਰਾਜ਼ ਖੋਲ ਕੇ ਰੱਖਤਾ।
ਇਹ ਜਿਹੜੀ ਫਾਰਮੇਸ਼ਨ ਹੈ, ਇਹ ਲਾਈਨ, ਇਸ ਦੇ ਬਾਰੇ ਡਾਕਟਰ ਜੈਸੀ ਆਨੰਦ ਦੱਸ ਰਹੇ ਨੇ ਕਿ ਇਹ ਲਾਈਨ ਜਿਹੜੀ ਹੈਗੀ ਹੈ ਇਹ ਬਾਅਦ ਵਿੱਚ ਕੀਤੀ ਗਈ ਹੈ। ਇਹਨੂੰ ਇੱਥੇ ਤੱਕ ਬਣਾ ਕੇ ਪੈਨ ਚੁੱਕ ਲਿੱਤਾ, ਫਿਰ ਇਹ ਕੇਅਰਫੁਲ ਜੁਆਇਨਿੰਗ ਕੀਤੀ ਔਰ ਓਵਰਰਾਈਟਿੰਗ ਕੀਤਾ ਸਟ੍ਰੋਕ ਦੇ। ਓਕੇ, ਇੱਕ ਤਾਂ ਇਹ ਪੁਆਇੰਟ ਹੋ ਗਿਆ। ਹੋਰ ਇਹਦੇ ਵਿੱਚ ਕੀ ਸੀਗਾ ਦੂਜਾ ਜਿਹਾ? ਇੱਕ ਤੁਸੀਂ ਇੱਧਰ ਵੀ ਦੱਸ ਰਹੇ ਸੀ। ਇਹ ਦੇਖੋ ਜੀ, ਇੱਥੇ ਇੰਕ ਜਦੋਂ ਰੁਕਿਆ ਰਿਹਾ, ਉਹਨੂੰ ਕੋ ਬਣਿਆ ਨਹੀਂ ਸਿਗਨੇਚਰ, ਉਹਦਾ ਪੈਨ ਉੱਥੇ ਹੀ ਰਹਿ ਗਿਆ। ਜਦੋਂ ਪੈਨ ਉੱਥੇ ਰਹਿ ਜਾਂਦਾ ਤੇ ਇੰਕ ਦਾ ਡਿਪੋਜ਼ਿਟ ਆ ਜਾਂਦਾ ਉੱਥੇ। ਇੰਕ ਦਾ ਡਿਪੋਜ਼ਿਟ ਆ ਕੇ ਦਿਸ ਇਜ਼ ਅ ਸਿੰਪਟਮ ਆਫ ਫੋਰਜਰੀ, ਔਰ ਥੋੜਾ ਹੱਥ ਕੰਮਿਆ ਹੋਇਆ ਹੈ। ਰਾਜਾ ਦੇ ਅਸਲੀ ਸਾਈਨ 'ਚ ਹੱਥ ਕਿਧਰੇ ਨਹੀਂ ਕੰਮਿਆ ਹੋਇਆ। ਸੋ ਦਿਸ ਐਕਸਟਰਾ ਡਿਪੋਜ਼ਿਟ ਆਫ ਇੰਕ ਅਲੋਂਗ ਵਿਦ ਟ੍ਰੈਮਰਸ ਅਮਾਉਂਟਸ ਟੂ ਫੋਰਜਰੀ। ਅੱਛਾ, ਤੇ ਇਹ ਤਾਂ ਹੋ ਗਈ ਸਿਗਨੇਚਰ ਦੀ ਗੱਲ। ਇੱਕ ਹੋਰ ਜਿਹੜੀ ਤੁਸੀਂ ਜ਼ਿਕਰ ਕੀਤਾ ਸੀਗਾ, 2013 ਤੋਂ ਅਸੀਂ ਇਸ ਕੇਸ ਨੂੰ ਲਗਾਤਾਰ ਦੇਖ ਰਹੇ ਹਾਂ, ਇੱਕ ਤੁਸੀਂ ਰਾਰੇ ਦਾ ਜ਼ਿਕਰ ਕੀਤਾ ਸੀਗਾ। ਰਾਰਾ ਜਿਹੜਾ ਹੈਗਾ 8 ਪੇਜਾਂ ਤੇ ਇੱਕੋ ਵਰਗਾ, ਔਰ 9ਵੇਂ ਪੇਜ ਤੇ ਆ ਕੇ ਉਸ ਦੀ ਬਣਾਵਟ ਜਿਹੜੀ ਹੈਗੀ ਬਣਤਰ ਛੋਟੀ ਹੋ ਜਾਂਦੀ ਹੈ। ਅਗਰ ਇਹ ਸੇਮ ਹੁੰਦੀ, ਮੈਂ ਲੈ ਕੇ ਚਲਦੀ ਹਾਂ, ਅਗਰ ਇਹ ਜੈਨੂਇਨ ਹੁੰਦਾ ਤੇ ਹਰ ਜਗ੍ਹਾ ਟਾਈਪ ਰਿਟਨ ਸਟ੍ਰੋਕ ਉਦਾਂ ਦਾ ਹੀ ਰਾਰਾ ਪਾਉਂਦਾ। ਠੀਕ, ਅਗਰ ਇੱਕ ਟਾਈਪਰਾਈਟਰ ਸਦੀ ਇੱਕ ਕਈ ਵਾਰੀ ਅਕਸ਼ਰ ਉੱਪਰ ਚੱਕਿਆ ਜਾਂਦਾ, ਇੱਕ ਨੀਚੇ ਹੋ ਜਾਂਦਾ ਤੇ ਉਹ ਹਰ ਡਾਕੂਮੈਂਟ ਤੇ ਫਿਰ ਉਹ ਕੈਰੈਕਟਰਿਸਟਿਕ ਰਿਫਲੈਕਟ ਹੋਏਗੀ। ਲੇਕਿਨ ਇੱਥੇ 8 ਪੇਜਾਂ ਚ ਰਾਰਾ ਇੱਕੋ, 9ਵੇਂ ਪੇਜ ਅਲੱਗ। ਦੈਟ ਮੀਨਸ ਇਟ ਵਾਸ ਟਾਈਪਡ ਔਨ ਐਟ ਡਿਫਰੈਂਟ ਟਾਈਮਸ ਔਨ ਦ ਡਿਫਰੈਂਟ ਟਾਈਪਰਾਈਟਰਸ। ਯਾਨੀ ਰਾਰੇ ਨਾਲ ਰਾਜਾ ਔਰ ਰਾਜੇ ਦੀ ਜਿਹੜੀ ਵਸੀਅਤ ਸੀਗੀ, ਉਹ ਉਸ ਦਾ ਰਾਜ਼ ਜਿਹੜਾ ਰਾਰੇ ਨਾਲ ਹੀ ਖੁੱਲਦਾ ਹੈ, ਉਸ ਦਾ ਰਾਜ਼ ਰਾਰੇ ਨਾਲ। ਐਬਸੋਲੂਟਲੀ। ਤੇ ਉਹ ਕਿੱਥੇ ਹੈਗਾ? ਉਹ ਪੰਜਾਬੀ ਚ ਹੈਗੀ ਆਪਣੇ ਕੋਲ? ਉਹ ਚੀਜ਼ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਈਏ ਇੱਕ ਵਾਰੀ। ਇਹ ਆਪਣੇ ਆਪ ਵਿੱਚ ਬੜਾ ਇੰਟਰਸਟਿੰਗ ਹੈ ਡਾਕੂਮੈਂਟ, ਕਿਉਂਕਿ ਜਿਹੜਾ ਅਸੀਂ ਦਿਖਾ ਰਹੇ ਹਾਂ ਇਹ 20,000 ਕਰੋੜ ਦਾ ਜਿਹੜਾ ਫਰਜ਼ੀਵਾੜਾ ਤਿਆਰ ਹੋਇਆ ਸੀ, ਉਹ 20,000 ਕਰੋੜ ਦੇ ਫਰਜ਼ੀਵਾੜੇ ਨੂੰ ਫੜਨ ਦੀ ਜਿਹੜੀ ਕੋਸ਼ਿਸ਼ ਹੋਈ ਸੀ। ਪਹਿਲੇ ਤੁਹਾਡੇ ਮੈਂ ਧਿਆਨ ਇੱਧਰ ਲੈ ਕੇ ਜਾਵਾਂਗੀ। ਇਹ ਰਾਜਾ ਸਾਹਿਬ ਦੇ ਆਪਣੇ ਹੱਥ ਨਾਲ ਲਿਖੀ ਲੈਟਰ ਸੀ, ਆਪਣੇ ਕਿਸੇ ਨੂੰ ਕਿਸੇ ਨੂੰ ਲਿਖਿਆ, ਡੀਅਰ ਸਰਜੈਂਟ। ਠੀਕ ਹੈ, ਇਹ ਇਹਨਾਂ ਨੇ ਲੈਟਰ ਲਿਖੀ ਸਰ 29/2011। ਠੀਕ ਹੈ ਸਰ, ਇਹ ਲੈਟਰ ਲਿਖੀ ਗਈ ਹੈ ਔਰ ਇਹਦੇ ਵਿੱਚ ਨਹੀਂ 29/2011 ਨਹੀਂ ਹੋਣੀ। 29/2011 ਲੈਟਰ ਨਹੀਂ, ਰਾਜਾ ਜੀ ਨਹੀਂ ਕਹਿ ਰਹੀ ਮੈਂ ਤੁਹਾਨੂੰ ਰਾਈਟਿੰਗ ਦੀ ਗੱਲ ਕਰ ਰਹੀ ਹਾਂ। ਇਹ ਰਾਈਟਿੰਗ ਜਿਹੜੀ ਹੈਗੀ ਹੈ, ਇਹ ਰਾਈਟਿੰਗ ਲਿਖੀ ਗਈ ਹੈ। ਇਹਨੂੰ ਅਸੀਂ ਜਿਹੜੀ ਕੰਪੇਅਰ ਕੀਤੀ ਹੈ, ਜਿਹੜੇ ਰਾਜਾ ਸਾਹਿਬ ਦੀ ਹੈਂਡ ਰਿਟਨ ਸੀ ਨਾ, ਜਿਹੜੇ ਉਹਨਾਂ ਨੇ ਟਾਈਪ ਰਿਟਨ ਡਾਕੂਮੈਂਟ ਦੇ ਵਿੱਚ ਵੀ ਉਹਨਾਂ ਨੇ ਛੇੜਛਾੜ ਕੀਤੀ ਹੈ, ਅਸੀਂ ਉਹ ਹੈਂਡ ਰਿਟਨ ਰਿਵਰਟ ਚੱਕੇ ਔਰ ਇਹਦੇ ਨਾਲ ਮਿਲਾਏ। ਅਸੀਂ ਮਤਲਬ ਵੀ ਲੈਫਟ ਨੋ ਸਟੋਨਸ ਲੈਫਟ ਅਨਟਰਨਡ। ਅਸੀਂ ਹਰ ਇੱਕ ਮਾਈਨਿਊਟ ਤੋਂ ਮਾਈਨਿਊਟ ਅਸੀਂ ਐਸਪੈਕਟ ਦੇ ਵਿੱਚ ਹਾਈਲਾਈਟ ਕੀਤਾ ਹੈ। ਕੋਈ ਵੀ ਬੰਦਾ ਟਾਈਪ ਕਰੇਗਾ ਕੋਈ ਚੀਜ਼ ਜਾਂ ਬਣਾਏਗਾ ਟਾਈਪ ਤੋਂ, ਤੇ ਹਰ ਇੱਕ ਚੀਜ਼ ਟਾਈਪ ਰਿਟਨ ਹੋਏਗੀ, ਲੇਕਿਨ ਉਹਨਾਂ ਨੇ ਕਟਿੰਗ ਕਰਕੇ ਟਾਈਪ ਰਿਟਨ ਦੇ ਵਿੱਚ ਵੀ ਹੈਂਡ ਰਿਟਨ ਵਰਡਸ ਲਿਖੇ ਹੋਏ, ਜਿਹੜੇ ਤੁਹਾਨੂੰ ਮੈਂ ਹੁਣੇ 1982 ਦਿਖਾਇਆ ਸੀ, ਉਹ ਹੈਂਡ ਰਿਟਨ ਲਿਖਿਆ ਹੋਇਆ ਟਾਈਪਡ ਵਰਡਸ ਦੇ ਵਿੱਚ। ਓਕੇ, ਸਮਝ ਗਏ ਇਹ ਗੱਲ? ਔਰ ਬਿਨਾਂ ਉਸ ਤੋਂ ਕਿਤੇ ਆਥੈਂਟੀਕੇਸ਼ਨ, ਨਾ ਉਸ ਕਿਸੇ ਸਿਗਨੇਚਰ ਹੈ, ਨਾ ਉਸ ਤੇ ਕੋਈ ਇਨੀਸ਼ੀਅਲ ਹੈ, ਦੈਟ ਆਈ ਵਾਂਟਡ ਟੂ ਫੋਰਜ ਇਟ। ਉਹ ਅਸੀਂ ਜੱਜ ਸਾਹਿਬ ਦੇ ਅੱਖਾਂ ਅੱਗੇ ਲੈ ਕੇ ਆਏ ਕਿ ਪਲੀਜ਼ these things have to be highlighted and we brought that thing into the limelight and we were successful in doing that। ਅੱਛਾ, ਇਹ ਜਿਹੜਾ ਆਪਾਂ ਇਹ ਕਰ ਰਹੇ ਸੀਗੇ ਰਾਰੇ ਦੀ ਬਣਾਵਟ ਵਾਲੀ ਜ਼ਿਕਰ ਕਰ ਰਹੇ ਸੀ, ਮੈਂ ਸਰ ਗੋਡ ਵਿਲਿੰਗ ਹੋਏ ਆ ਸਰ ਦੇਖੋ, ਇਹ ਰਾਜਾ ਸਾਹਿਬ ਦੀ ਲਿਖੀ ਹੋਈ ਜੀ ਰਾਈਟਿੰਗ। ਇਹ ਉਹਨਾਂ ਦੇ origignal ਦਸਖਤ ਨੇ, ਉਹਨਾਂ ਦੀ ਰਾਈਟਿੰਗ ਹੈ ਜੀ, ਉਹਨਾਂ ਦੀ ਰਾਈਟਿੰਗ ਸੀਗੀ। ਔਰ ਇਹ ਜਿਹੜੀ ਬਣਾਵਟ ਹੈਗੀ ਹੈ, ਇਸ ਨੂੰ ਜੇਕਰ ਅਸੀਂ ਫੋਰਜ ਵਾਲੇ ਸਿਗਨੇਚਰ ਨਾਲ ਕੰਪੇਅਰ, ਫੋਰਜ ਵਾਲੇ ਸਿਗਨੇਚਰ ਜਿਹੜੇ ਅਸੀਂ ਦਿਖਾਏ ਸੀਗੇ, ਦੇਖੋ ਹੁਣ ਕਿਧਰੇ ਕੋਈ ਟ੍ਰੈਵਲ ਨਹੀਂ ਆ ਰਿਹਾ, ਕੁਝ ਨਹੀਂ ਆ ਰਿਹਾ, ਕੋਈ ਇੰਕ ਡਿਪੋਜ਼ਿਟ ਨਹੀਂ, ਕੋਈ ਇੰਕ ਡਿਪੋਜ਼ਿਟ ਨਹੀਂ ਹੈਗਾ। ਯਾਨੀ ਇਹ ਬਰੀਕੀ ਹੈਗੀ ਹੈ। ਸਾਈਨ ਤੁਸੀਂ ਕਰਦੇ ਹੋ ਔਰ ਸਾਈਨ ਦੇ ਵਿੱਚ ਵੀ ਜਿਹੜਾ ਹੈਗਾ ਉਹ ਤੁਹਾਡੀ ਪਰਸਨੈਲਿਟੀ, ਇਹ ਕਹਿ ਲਿਆ ਜਾਵੇ ਕਿ ਅਸਲੀ ਬੰਦੇ ਨੇ ਕੀਤੇ ਕਿ ਜਾਲੀ ਬੰਦੇ ਨੇ ਕੀਤੇ, ਉਹ ਫੜਿਆ ਜਾ ਸਕਦਾ। ਮਾਈਨਿਊਟਲੀ ਅਸੀਂ ਦੇਖੀਏ ਤੇ 1 ਮਿੰਟ 'ਚ ਫੜਿਆ ਜਾਂਦਾ ਬੰਦਾ, ਮਤਲਬ ਐਕਸਪਰਟ ਦੀ ਅੱਖ ਤੋਂ ਬਚ ਨਹੀਂ ਸਕਦਾ ਬੰਦਾ। ਰਾਈਟ। ਤੇ ਜਿਹੜਾ ਪੰਜਾਬੀ ਵਾਲੀ ਬਣਾਵਟ ਸੀ ਕਿ ਉਹ ਵੀ ਅਸੀਂ ਲੱਭ ਰਹੇ ਹਾਂ, ਕਿਉਂਕਿ ਬਹੁਤ ਸਾਰੇ ਪੇਜਿਸ ਨੇ, 3 ਜਿਹੜੀ ਹੈਗੀ ਹੈ ਵਿਲ ਬਣੀਆਂ ਨੇ ਟੋਟਲ, ਔਰ ਤੀਜੀ ਵਿਲ ਜਿਹੜੀ ਸੀਗੀ, ਜਿਹੜੀ ਟਰਸਟ ਨੇ ਪੇਸ਼ ਕੀਤੀ ਸੀਗੀ, ਉਹ ਫੋਰਸਡ ਵਿਲ ਸੀਗੀ, ਵਸੀਅਤ ਸੀਗੀ। ਔਰ ਉਸ ਦੇ ਵਿੱਚ ਜਿਹੜਾ ਹੈਗਾ, ਉਸ ਤੋਂ ਬਾਅਦ ਫਿਰ ਰੌਲਾ ਸ਼ੁਰੂ ਹੋਇਆ। ਰੌਲੇ ਨੂੰ ਨਿਪਟਾਇਆ ਡਾਕਟਰ ਜੈਸੀ ਆਨੰਦ ਨੇ। ਡਾਕਟਰ ਜੈਸੀ ਆਨੰਦ ਐਕਸਪਰਟ ਨੇ ਫੋਰੈਂਸਿਕ ਸਾਇੰਸ ਦੇ, MSc PhD ਨੇ, ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਤਾਬ ਵੀ ਲਿਖੀ ਹੈਗੀ ਹੈ। ਔਰ ਉਹ ਕਿਤਾਬ ਜਿਹੜੀ ਹੈਗੀ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਫੋਰੈਂਸਿਕ ਸਾਇੰਸ ਦੇ ਵਿੱਚ ਕਿਵੇਂ ਫੜੀ ਜਾਂਦੀਆਂ ਨੇ ਇਹ ਸਾਰੀਆਂ ਖਾਮੀਆਂ, ਕਿਵੇਂ ਫੜੀਆਂ ਜਾਂਦੀਆਂ ਨੇ, ਕਿਵੇਂ ਧੋਖਾਧੜੀ ਫੜੀ ਜਾਂਦੀ ਹੈ। ਇਹ ਸਾਰੀ ਗੱਲ ਜਿਹੜੀ ਹੈਗੀ ਹੈ ਉਸ ਦਾ ਜ਼ਿਕਰ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਵੀ ਕੀਤਾ ਹੈ। ਡਾਕਟਰ ਦੇਖੋ ਜੀ, ਜਿਹੜੀ ਤੁਹਾਨੂੰ ਮੈਂ ਗੱਲ ਕਹਿ ਰਹੀ ਸੀ, ਇਹ ਦੇਖੋ ਟਾਈਪ ਡਾਕੂਮੈਂਟ ਦੇ ਵਿੱਚ ਹੈਂਡ ਰਿਟਨ ਡੇਟਸ ਪਾਈਆਂ ਹੋਈਆਂ। ਐਸੀ ਫੋਰਜਰ ਨੇ ਆਪਣੀ ਕਨਵੀਨੀਅੰਸ ਮੁਤਾਬਿਕ ਫਿਲ ਇਨ ਦਾ ਬਲੈਂਕ ਛੱਡ ਦਿੱਤੇ, ਬਾਅਦ ਚ ਡੇਟਸ ਐਡ ਕੀਤੀ।
ਯਾਨੀ ਉਹਨੂੰ ਇਹ ਲੱਗਿਆ ਸੀਗਾ ਕਿ ਥੋੜਾ ਜਿਹਾ ਖਾਲੀ ਥਾਂ ਛੱਡ ਦਈਏ, ਡੇਟ ਦਾਖਲ ਕਰ ਦਵਾਂਗੇ, ਸੂਟੇਬਿਲਿਟੀ ਹੋਏਗੀ ਜਿਸ ਮਤਲਬ ਸੂਟੇਬਿਲਿਟੀ ਆਪਾਂ ਡਿਸਕਸ ਕਰਕੇ ਇਹ ਬਾਅਦ ਡੇਟ ਦਾਖਲ ਕੀਤੀਆਂ ਗਈ। ਹਾਂ, ਔਰ ਫਿਰ ਅਸੀਂ ਇਹਨਾਂ ਲੈਟਰਸ ਨੂੰ ਹੀ ਰਾਜਾ ਸਾਹਿਬ ਜਿਹੜੀ ਹੱਥ ਲਿਖੀ ਲੈਟਰ ਸੀ ਅਸੀਂ ਉਹਦੇ ਨਾਲ ਕੰਪੇਅਰ ਕੀਤੀਆਂ ਐਂਡ ਥੀਸ ਵਰ ਟੋਟਲੀ ਡਿਫਰੈਂਟ ਫਰਮ ਈਚ ਅਦਰ। ਇਹ ਆਪਣੇ ਆਪ ਵਿੱਚ ਇੰਟਰਸਟਿੰਗ ਪੁਆਇੰਟ ਹੈਗਾ ਕਿ ਵਿਲ ਜਿਹੜੀ ਹੈਗੀ, ਵਸੀਅਤ ਜਿਹੜੀ ਹੈਗੀ ਉਹ ਟਾਈਪ ਹੁੰਦੀ ਹੈ, ਟਾਈਪ ਹੋਣ ਤੋਂ ਬਾਅਦ ਜਿਹੜਾ ਹੈਗਾ ਜਦੋਂ ਉਸਨੂੰ ਟਾਈਪ ਕੀਤਾ ਜਾਂਦਾ ਤਾਂ ਟਾਈਪ ਹੀ ਹੋ ਜਾਂਦੀ ਹੈ ਉਹ, ਫਿਰ ਉਸ ਦੇ ਵਿੱਚ ਇੰਕ ਦਾ ਯੂਜ਼ ਹੋਣਾ ਉਹ ਆਪਣੇ ਆਪ ਵਿੱਚ ਇੱਕ ਪ੍ਰੂਫ ਬਣ ਜਾਂਦਾ ਹੈ ਕਿ ਕਿਤੇ ਨਾ ਕਿਤੇ ਗੜਬੜੀ ਹੋਈ ਹੈ। ਇੱਕ ਹੋਰ ਵਰਡ ਦਾ ਜ਼ਿਕਰ ਪੰਜਾਬੀ ਵਾਲੀ ਮੈਨੂੰ ਲੱਗਦਾ ਸ਼ਾਇਦ ਉਹ ਡਾਕੂਮੈਂਟ ਦੇ ਵਿੱਚ ਹੈਗੀ ਹੈ ਕਿਤੇ ਨਾ ਕਿਤੇ, ਤੇ ਇਸ ਦੇ ਨਾਲ ਨਾਲ ਇੱਕ ਹੋਰ ਵਰਡ ਜਿਹੜਾ ਸੀਗਾ, ਦੋ ਵਰਡ ਜਿਹੜੇ ਸਾਡੇ ਦਰਸ਼ਕਾਂ ਨੂੰ ਅਸੀਂ ਹੋਰ ਸਮਝਾਉਣਾ ਚਾਹਾਂਗੇ। ਦੋ ਵਰਡ ਯੂਜ਼ ਹੋਏ ਨੇ, ਇੱਕ ਤਾਂ ਪ੍ਰਾਈਮੋਜੈਨੀਚਰ ਯੂਜ਼ ਹੋਇਆ ਹੈ, ਹੋਲੋਗ੍ਰਾਫ ਜਿਹੜਾ ਹੈਗਾ ਉਹ ਯੂਜ਼ ਹੈ, ਉਹਨਾਂ ਦਾ ਕੀ ਰੋਲ ਸੀਗਾ? ਸਰ ਪ੍ਰਾਈਮੋਜਨ ਮੈਂ ਤੁਹਾਨੂੰ ਕਲੋਜ਼ ਅਪ ਕਰ ਦਿਖਾਣੀ ਹੈ। ਹੋਲੋਗ੍ਰਾਫੀ ਤੇ ਵਾਸ ਵੈਰੀ ਇੰਟਰਸਟਿੰਗ, ਜਿਹੜੇ ਜੱਜ ਸਾਹਿਬ ਨੂੰ ਵੀ ਮਤਲਬ ਕਿ ਉਹਨਾਂ ਸਭ ਦੀ ਅੱਖਾਂ ਖੋਲਤੀਆਂ। Raja Sahib was such a learned, educated person. It is not hairograph. The word is holograph. Right? Hairograph को layman को अनपढ़ semi literate बंदा use करेगा. The holograph word is used when the will is written in with one hand, the complete will. Holograph was not used. Hairograph was used. So एकदम ध्यान गया. Why would an educated person would commit such a silly error? That went in our favor. और सब तो इस ਜਿਹੜੀ ਅੱਛੀ ਗੱਲ ਹੈ ਤੁਹਾਨੂੰ ਮੈਂ ਦੱਸਾਂ, ਇਸ ਵਿਲ ਦੇ ਉੱਪਰ ਰਿਪੋਰਟ ਸੇਮ ਸਿਗਨੇਚਰ ਸੈਟ ਆਫ ਰਿਪੋਰਟਸ ਦੂਸਰੀ ਪਾਰਟੀ ਨੇ ਆਪਣੇ ਐਕਸਪਰਟ ਤੋਂ ਲਈ। ਓਕੇ, ਠੀਕ ਹੈ, ਉਹਨਾਂ ਨੇ ਲਈ, ਦੈਨ ਵੀ ਕ੍ਰਾਸ ਐਗਜ਼ਾਮਿਨਡ them। ਜਦੋਂ ਅਸੀਂ ਉਹਨਾਂ ਨੂੰ ਕ੍ਰਾਸ ਐਗਜ਼ਾਮਿਨ ਕੀਤਾ, ਉਹਨਾਂ ਦੀ ਰਿਪੋਰਟ ਅਧੂਰੀ ਰਿਪੋਰਟ ਮੰਨੀ ਗਈ ਬਿਕੋਜ਼ ਉਹਨਾਂ ਨੇ ਸਿਰਫ ਸਿਗਨੇਚਰ ਨੂੰ ਹਾਈਲਾਈਟ ਕੀਤਾ ਸੀ, ਉਹਨਾਂ ਨੇ ਬੋਡੀ ਕੰਟੈਂਟਸ ਨੂੰ ਛੇੜੇ ਨਹੀਂ। ਬਿਕੋਜ਼ ਅਸੀਂ ਇਹ ਕਹਿੰਦੇ ਆ, ਮਤਲਬ ਆਈ ਐਮ ਨਾਟ ਸੇਇੰਗ ਇਨ ਦ ਪ੍ਰੈਜੁਡੀਸ਼ੀਅਲ ਮਾਈਂਡ, ਲੌਜ ਕੀ ਕਹਿੰਦੇ, ਜਿਹੜੀ ਚੀਜ਼ ਆਪਣੇ ਫਾਇਦੇ ਦੀ ਆ ਉਹਨੂੰ ਚੁੱਕ ਲਓ, ਬਾਕੀ ਨੂੰ ਛੱਡ ਦਿਓ। ਸੋ ਦੇ ਓਨਲੀ ਪਿਕਡ ਅਪ ਦਾ ਸਿਗਨੇਚਰਸ, ਥੋੜੇ ਜਿਹੇ ਸਿਗਨੇਚਰ ਮਿਲਾ ਕੇ ਕਹਿ ਦਿੱਤੇ ਰਾਜਾ ਸਾਹਿਬ ਦੀ ਵਿਲ ਬਿਲਕੁਲ ਸੱਚ ਹੈ। ਉਹਨਾਂ ਨੇ ਇਹ ਜਿਹੜੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਟੈਕਨੀਕਲ ਟਰਮਸ ਸੀਗੀਆਂ, ਫਿਲਅਪਸ ਹੈ ਪਰੇ, ਇਹਨਾਂ ਨੂੰ ਛੇੜਿਆ ਨਹੀਂ। ਵੈਨ ਵੀ ਬ੍ਰੌਟ ਥੀਸ ਥਿੰਗਸ ਇਨਟੂ ਦ ਲਾਈਮਲਾਈਟ, ਵੀ ਹਾਈਲਾਈਟਡ ਇਟ, ਜੱਜ ਸਾਹਿਬ ਦੀ ਅੱਖਾਂ ਖੁੱਲ ਗਿਆ ਦੈਟ ਵਾਈ ਯੂ ਪੀਪਲ ਆਰ ਹਾਈਡਿੰਗ, ਦ ਆਪੋਜ਼ਿਟ ਪਾਰਟੀ ਵਾਸ ਹਾਈਡਿੰਗ ਇਟ। ਸੋ ਸਾਡਾ ਅਪਰ ਹੈਂਡ ਹੋਇਆ ਇਹਦੇ ਵਿੱਚ। ਤੇ ਹੋਲੋਗ੍ਰਾਫ ਜਿਹੜਾ ਵਰਡ ਹੁੰਦਾ ਹੈ, ਹੋਲੋਗ੍ਰਾਫ ਯੂਜ਼ ਹੁੰਦਾ ਹੈ, ਹੈਰੋਗ੍ਰਾਫ ਜਿਹੜਾ ਹੈਗਾ ਉਹ ਯੂਜ਼ ਕੀਤਾ ਗਿਆ ਸੀ। ਔਰ ਜਿਹੜਾ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਜਿਹੜਾ ਯੂਜ਼ ਕੀਤਾ ਸੀਗਾ, ਇੱਕ ਪ੍ਰਾਈਮੋਜੈਨੀਚਰ ਦੇ ਆਧਾਰ ਤੇ ਉਹਨਾਂ ਨੇ ਕਿਹਾ ਸੀਗਾ ਜੇਠੇ ਹੋਣ ਦਾ ਹੱਕ। ਜੇਠੇ ਹੋਣ ਦਾ ਹੱਕ, ਯੈਸ ਬਿਲਕੁਲ। ਅੰਮ੍ਰਿਤ ਕੌਰ ਕਿਹਾ ਸੀ, ਉਹ ਵਰਡ ਦੇ ਵੀ ਸਪੈਲਿੰਗ ਗਲਤ, ਉਹ ਵਰਡ ਦੀ ਸਪੈਲਿੰਗ ਵੀ ਗਲਤ ਸੀ ਐਂਡ ਇਟ ਵਾਸ ਰੋਂਗਲੀ ਮਿਸਯੂਜ਼ ਸਮਵੇਅਰ। ਠੀਕ ਹੈ, ਉਹ ਸਿਰ ਹਾਈਲਾਈਟ ਕੀਤਾ। ਦੈਨ ਜੱਜ ਸਾਹਿਬ ਕਹਿੰਦੇ had Raja been used, had used this word, he would have used it correctly, not in this manner। ਜਿਸ ਦਾ ਹੈਰੋਗ੍ਰਾਫ ਉਸ ਦਾ ਪ੍ਰਾਈਮੋਜੈਨਿਕ, ਉਹਨੂੰ ਠੀਕ ਤਰ੍ਹਾਂ ਯੂਜ਼ ਕਰਦੇ ਹੋ। ਅੱਛਾ ਡਾਕਟਰ ਆਨੰਦ, ਇੱਕ ਗੱਲ ਹੋਰ ਦੱਸੋ, ਇੱਕ ਤੁਸੀਂ ਜ਼ਿਕਰ ਕੀਤਾ ਕਿ ਰਾਜਾ ਜਿਹੜੀ ਸਟੇਟ ਆਫ ਮਾਈਂਡ ਵਿੱਚ ਸੀਗੇ, ਜਿਹੜੇ ਉਹਨਾਂ ਦੀ ਮਾਨਸਿਕ ਹਾਲਾਤ ਸੀਗੀ, ਮਾਨਸਿਕ ਹਾਲਾਤ ਬਹੁਤੀ ਚੰਗੀ ਨਹੀਂ ਸੀ, ਕਿਉਂਕਿ ਬੇਟੇ ਦੀ ਡੈਥ ਹੋਈ ਸੀਗੀ 81 ਦੇ ਵਿੱਚ, 89 ਦੇ ਵਿੱਚ ਰਾਜਾ ਸਾਹਿਬ ਦੀ ਡੈਥ ਹੁੰਦੀ ਹੈ। ਉਸ ਮਾਨਸਿਕ ਸਿਚੁਏਸ਼ਨ ਦਾ ਰਾਈਟਿੰਗ ਤੇ ਹੈਂਡ ਰਾਈਟਿੰਗ ਤੇ ਫਰਕ ਪੈਂਦਾ ਹੈ? ਮੈਂ ਤੁਹਾਨੂੰ ਦੱਸਦੀ ਹਾਂ, ਵੈਰੀ ਗੁੱਡ ਕੁਐਸਚਨ, ਸਾਨੂੰ ਕੋਰਟਸ ਵਿੱਚ ਪੁੱਛਿਆ ਜਾਂਦਾ ਹੈ। ਇਫ ਅ ਪਰਸਨ ਇਜ਼ ਅਨਵੈਲ, ਉਹਦੀ ਸਪੋਜ਼ ਹੱਥ ਕੰਬਦੇ ਆ ਬਿਮਾਰੀ ਦੇ ਕਰਕੇ, ਸਪੋਜ਼ ਉਹ ਬੰਦਾ ਠੀਕ ਸੋਚ ਨਹੀਂ ਪਾ ਰਿਹਾ ਕਿਸੇ ਬਿਮਾਰੀ ਦੇ ਕਰਕੇ, ਐਪੀਲੈਪਸੀ ਦਾ ਪੇਸ਼ੈਂਟ ਹੋ ਗਿਆ ਜਾਂ ਯੂ ਸੇ ਵੀਕ ਹੈ ਕਿਸੇ ਗੱਲ ਤੋਂ, ਉਹਦੇ ਜਨਰਲ ਫਾਰਮੇਸ਼ਨ ਚ ਫਰਕ ਪਏਗਾ, ਨਾਟ ਦ ਇੰਡੀਵਿਜੂਅਲ ਕਰੈਕਟਰਿਸਟਿਕਸ। ਅਗਰ ਰਾਜਾ ਸਾਹਿਬ ਨੂੰ ਆਦਤ ਹੈ ਨਾ, ਅਗਰ ਆਪਣੀ ਲੈਟਰ ਐਚ ਦੇ ਉੱਪਰ ਉਹਨਾਂ ਨੇ ਲੂਪ ਬਣਾਉਣਾ ਹੈ, ਉਹ ਬਿਮਾਰ ਵੀ ਹੋਣਗੇ ਉਹ ਤਾਂ ਵੀ ਬਣਾਉਣਗੇ। ਫਰਕ ਕਿਆ ਹੋਏਗਾ, ਉੱਥੇ ਉਹ ਜਦੋਂ ਸਹੀ ਸਿਹਤ ਚ ਹੋਣਗੇ ਉਹ ਫਲੂਐਂਟਲੀ ਬਣਾਉਣਗੇ, ਜਦੋਂ ਬਿਮਾਰ ਹੋਣਗੇ ਤਾਂ ਇਹਨੂੰ ਥੋੜਾ ਜਿਹਾ ਕੰਮ ਦੇ ਹੱਥ ਨਾਲ ਬਣਾਉਣਗੇ। ਲੇਕਿਨ ਉਹ ਕੰਮ ਦਾ ਹੱਥ ਔਰ ਫੋਰਜਰ ਦੇ ਨਾਲ ਕੰਮ ਦਾ ਹੱਥ, ਵੀ ਐਕਸਪਰਟਸ ਵੀ ਡਿਫਰੈਂਸ਼ੀਏਟ ਬਿਟਵੀਨ them। ਯਾਨੀ ਹਾਂ ਅਸੀਂ ਡਿਫਰੈਂਸ਼ੀਏਟ ਕਰਦੇ ਨੇ, ਯਾਨੀ ਸਿਆਹੀ ਜਿਹੜੀ ਹੈਗੀ ਹੈ ਉਹ ਰੁਕ ਕੇ ਦੁਬਾਰਾ ਫੇਰੀ ਗਈ ਹੈ ਜਾਂ ਓਰੀਜਨਲ ਹੈ ਜਾਂ ਬਿਮਾਰੀ ਕਰਕੇ ਹੈ। ਅਸੀਂ ਨੂੰ ਟ੍ਰੈਮਰ ਕਹਿੰਦੇ ਆ। ਟ੍ਰੈਮਰ ਜਿਹੜਾ ਹੱਥ ਦਾ ਹੈ, ਇਹ ਬਿਮਾਰੀ ਕਰਕੇ ਟ੍ਰੈਮਰ ਹੈ ਜਾਂ ਬੰਦੇ ਦੀ ਜਾਂ ਫੋਰਜਰੀ ਟ੍ਰੈਮਰ ਹੈ। ਐਂਡ skilled expert will able to differentiate between the two। ਅੱਛਾ, ਇਹ ਜਿਹੜੇ ਤੁਹਾਡੇ ਇਕਵਿਪਮੈਂਟ ਨੇ, ਇਹਨਾਂ ਨੂੰ ਕਿਸ ਤਰੀਕੇ ਯੂਜ਼ ਕਰਦੇ ਆ? ਸਭ ਤੋਂ ਪਹਿਲੇ ਜੀ ਉਹ ਸਟੀਰੀਓ ਮਾਈਕਰੋਸਕੋਪ ਵਿਦ ਕੈਮਰਾ, ਦੈਟ ਇਜ਼ ਸਟੀਰੀਓ ਮਾਈਕਰੋਸਕੋਪ ਵਿਦ ਕੈਮਰਾ। ਉਹ ਕਿਉਂ ਯੂਜ਼ ਹੁੰਦਾ ਹੈ? ਬਹੁਤ ਅੱਛਾ ਕੁਐਸਚਨ ਤੁਸੀਂ ਕੀਤਾ। ਮੈਂ ਕਿਹਾ ਅਗਰ ਕੋਈ ਅਗਰ ਸਟੂਡੈਂਟਸ ਵੀ ਇੰਟਰਵਿਊ ਦੇਖਣਗੇ ਉਹਨਾਂ ਲਈ ਬਹੁਤ ਯੂਜ਼ਫੁਲ ਹੈ। ਇਹ ਸਰ ਮਾਈਕਰੋਸਕੋਪ ਸਿੱਧਾ ਸਾਡੇ ਲੈਪਟਾਪ ਨਾਲ ਕਨੈਕਟ ਹੋ ਜਾਂਦਾ ਹੈ। ਅਸੀਂ ਕੀ ਕਰਦੇ ਹਾਂ, ਜੇ ਸਪੋਜ਼ ਮੇਰੇ ਕੋਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਹੈ, ਮੇਰੇ ਕੋਲ ਹੈ ਪਿਆ ਡਾਕੂਮੈਂਟ, ਅਸੀਂ ਹੁਣੇ ਕਰ ਕੀਤਾ ਹੈ।
ਮੈਂ ਐਜ਼ ਜਸਟ ਨਾਓ ਅਸੀਂ ਹੁਣੇ ਕੇਸ ਕੀਤਾ ਹੈ ਵਾਲਾ ਨਾ ਮੈਂ ਤੁਹਾਨੂੰ ਦੱਸਦੀ ਹਾਂ ਹਾਂ ਯੈਸ ਦਿਸ ਕੇਸ ਵੀ ਹੈਵ ਜਸਟ ਡਨ ਦਿਸ ਕੇਸ ਇਹ ਕਿਸੇ ਬੈਂਕ ਦਾ ਕੇਸ ਹੈ ਠੀਕ ਹੈ ਹੁਣ ਇਸ ਕੇਸ ਦੇ ਵਿੱਚ ਅਸੀਂ ਚੈੱਕ ਨੂੰ ਵੀ ਫੋਰਸ ਸਾਬਿਤ ਕੀਤਾ ਹੈ ਇਹ ਸਟੀਰੀਓ ਮਾਈਕਰੋਸਕੋਪ ਨਾਲ ਫੋਟੋਗ੍ਰਾਫਸ ਲਏ ਗਏ ਹੈ ਯੂ ਵੋਂਟ ਬਿਲੀਵ ਇਸ ਚੈੱਕ ਦੇ ਵਿੱਚ ਫੋਰਜਰ ਨੇ ਚੈੱਕ ਨੂੰ ਹੀ ਰੋਂਗ ਜਗ੍ਹਾ ਤੇ ਪ੍ਰਿੰਟ ਕਰਾ ਲਿੱਤਾ ਬਾਹਰੋਂ ਪ੍ਰਿੰਟ ਕਰਾ ਕੇ ਸਿਗਨੇਚਰਸ ਇਸ ਬੰਦੇ ਦੇ ਜਾਲੀ ਕਰ ਦਿੱਤੇ ਹਨ ਓਕੇ ਠੀਕ ਹੈ ਹੁਣ ਅਸੀਂ ਅਗਰ ਆਮ ਕੈਮਰੇ ਨਾਲ ਇਹਦੀ ਫੋਟੋਗ੍ਰਾਫ ਲੈਨੇ ਆ ਨੋਬਡੀ ਵਿਲ ਕਮ ਟੂ ਨੋ ਜਦੋਂ ਅਸੀਂ ਸਟੀਰੀਓ ਮਾਈਕਰੋਸਕੋਪ ਨਾਲ ਦੀ ਫੋਟੋ ਲਿੱਤੀ ਅਸੀਂ ਹੈਰਾਨ ਰਹਿ ਗਏ ਦੇਖ ਕੇ ਕਿ ਇਹਦੀ ਅਲਾਈਨਮੈਂਟ ਕਿੱਧਰ ਜਾ ਰਹੀ ਹੈ ਸਰਫੇਸ ਆਫ ਦਾ ਪੇਪਰ ਤੁਸੀਂ ਦੇਖੋ ਨੇਕਡ ਆਈ ਨਾਲ ਦੇਖ ਲਓ ਸਰਫੇਸ ਆਫ ਦਾ ਪੇਪਰ 'ਚ ਹੀ ਫਰਕ ਆ ਗਿਆ ਬਿਲਕੁਲ the surface of the paper was not same as it is with the genuine checks ਇਹ ਹੁਣੇ ਤੁਹਾਡੇ ਆਉਣ ਤੋਂ ਮੈਂ 15 ਮਿੰਟ ਪਹਿਲੇ ਮੈਂ ਕੇਸ ਕੀਤਾ ਠੀਕ ਹੈ ਸੋ this is the thing we highlighted in ਰਾਜਾ ਸਾਹਿਬ's case also ਅਸੀਂ ਰਾਜਾ ਸਾਹਿਬ ਦੇ ਕੇਸ ਇਹ ਦੇਖਿਆ ਰਾਜਾ ਸਾਹਿਬ ਦੇ ਸਿਗਨੇਚਰ ਸੀ ਬਲੈਂਕ ਪੇਪਰ ਤੇ ਪਹਿਲੇ ਇਹਨਾਂ ਨੇ ਫੋਰਜ ਕੀਤੇ ਠੀਕ ਹੈ ਫੋਰਜ ਪੇ ਬਲੈਂਕ ਪੇਪਰ ਦੇ ਫੋਰਜ ਕਰਕੇ when their purpose was not fulfilled what they did ਇਹਨਾਂ ਨੇ ਉੱਪਰੋਂ ਬਿੱਲ ਬਣਾ ਲਿੱਤੀ ਰਾਈਟ ਹੁਣ ਕਹਿੰਦੇ ਆ ਚੋਰ ਕਿਧਰ ਨਾ ਕਿਧਰ ਆਪਣਾ ਕੋਈ ਨਿਸ਼ਾਨ ਛੱਡ ਜਾਂਦਾ ਹੈ when they were making the will purposely and according to their convenience what happened actually ਜਿਹੜਾ ਸਟ੍ਰੋਕ ਸੀ ਸਿਗਨੇਚਰ ਦੇ ਐਚ ਦਾ ਆਈ ਦਾ ਆਰ ਦਾ ਬਰਾਡ ਦਾ ਜਿਹੜਾ ਵੀ ਸੀ ਔਰ ਉਹਦੇ ਉੱਪਰ ਇੱਕ ਦੋ ਫੌਂਟ ਟਾਈਪ ਦੇ ਉੱਪਰ ਆ ਗਏ ਉਹਦੇ ਓਕੇ ਠੀਕ ਹੈ ਜਦੋਂ ਉੱਪਰ ਆ ਗਏ we examined that portion under stereo microscope stereo microscope is known to know the sequence of strokes sequence means keda pehle keda baad vich when we studied the sequence of strokes we were just astonished we were surprised to see that the strokes of the signatures of Raja Saab are lying beneath the typed fonts ਉਹ ਨੀਚੇ ਟਾਈਪ ਫੌਂਟ ਉੱਪਰ ਹੈ ਮੀਨਿੰਗ देयर बाय पहले सिग्नेचर प्लेस कर लिता गया फोर्ज करके ऊपर सारी विल अकॉर्डिंग टू कन्वीनियंस लिखी गई और ਉਹਦਾ ਸੀਕੁਐਂਸ ਕਲੀਅਰ ਸੀ ਸਟੀਰੀਓ ਮਾਈਕਰੋਸਕੋਪ ਐਂਡ ਵੀ ਟੁਕ ਦੈਟ ਫੋਟੋਗ੍ਰਾਫਸ ਅੱਜ ਮੇਰੇ ਕੋਲ ਨਹੀਂ ਹੋਣਗੇ ਵੀ ਟੁਕ ਦਾ ਕਲੋਜ਼-ਅਪਸ ਆਫ ਦਾ ਫੋਟੋਗ੍ਰਾਫ ਐਂਡ ਸਬਮਿਟਡ ਇਨ ਦਾ ਕੋਰਟ ਆਫ ਲਾਅ ਉੱਥੇ ਅਸੀਂ ਜੱਜ ਸਾਹਿਬ ਨੂੰ ਨਾਲ ਫੋਟੋਗ੍ਰਾਫਸ ਦੇ ਕੇ ਐਕਸਪਲੇਨ ਕੀਤਾ ਕਿ ਜੱਜ ਸਾਹਿਬ ਦਾ ਆਪੋਜ਼ਿਟ ਪਾਰਟੀ ਹੈਜ਼ ਡੈਲੀਬਰੇਟਲੀ ਹਿਡਨ ਦਿਸ ਫੈਕਟ ਇਹ ਦੇਖੋ ਕਿੰਨਾ ਅੱਛਾ ਕਮਾਲ ਦੀ ਗੱਲ ਇਹ ਸੀਗੀ ਤੁਸੀਂ 92 ਤੋਂ ਇਹ ਕੇਸ ਸ਼ੁਰੂ ਹੁੰਦਾ 2013 ਦੇ ਵਿੱਚ ਜਿੱਤਦੇ ਹੋ ਫਿਰ 2020 ਦੇ ਵਿੱਚ ਜਿੱਤਦੇ ਹੋ ਆਪੋਜੀਸ਼ਨ ਪਾਰਟੀ ਵੀ ਇਸ ਗੱਲ ਨੂੰ ਮੰਨਣ ਲਈ ਲਾਸਟ ਤੱਕ ਵੀ ਤਿਆਰ ਨਹੀਂ ਹੋਈ 2022 ਵਿੱਚ ਸੁਪਰੀਮ ਕੋਰਟ ਤੱਕ ਜਾਂਦੇ ਹਾਂ ਸਟਿਲ ਦੇ ਆਰ ਸੇਇੰਗ ਦੈਟ ਦਿਸ ਵਿਲ ਇਜ਼ ਜੈਨੂਇਨ ਦੇ ਆਰ ਸਟਿਲ ਸੇਇੰਗ ਇਟ ਬਿਕਾਜ਼ ਉਹਨਾਂ ਨੇ ਬੋਡੀ ਕੰਟੈਂਟਸ ਆਫ ਦ ਵਿਲ ਨੂੰ ਛੇੜਿਆ ਹੀ ਨਹੀਂ ਉਹਨਾਂ ਨੇ ਛੇੜਿਆ ਨਹੀਂ when they were questioned ਤੁਸੀਂ ਅਗਰ ਐਪੈਕਸ ਕੋਰਟ ਦੀ ਜਜਮੈਂਟ ਪੜੋ they have been questioned that why have they hidden this fact ਕਿ ਕੰਟੈਂਟਸ ਆਫ ਦੀ ਬੋਡੀ ਉਹਨਾਂ ਦਾ ਕੀ ਵਿਚਾਰ ਹੈ they were just quiet ਬਿਕਾਜ਼ ਉਹਨਾਂ ਕੋਲ ਕੋਈ ਆਨਸਰ ਹੀ ਨਹੀਂ ਹੈ ਅਸੀਂ ਕੋਈ ਚੀਜ਼ ਛੱਡੀ ਨਹੀਂ ਜਿਹਨੂੰ ਟੱਚ ਨਾ ਕੀਤਾ ਠੀਕ ਅੱਛਾ ਉਹ ਤਾਂ ਮਾਈਕਰੋਸਕੋਪ ਦੀ ਗੱਲ ਹੋਈ ਸੀ ਮਾਈਕਰੋਸਕੋਪ ਦੇ ਨਾਲ ਇੱਕ ਵੱਡਾ ਜਿਹਾ ਲੈਂਸ ਹੈਗਾ ਇਹ ਕੀ ਹੈਗਾ ਇਹ ਸਰ ਫੁੱਲ ਇਹ ਹੈਗਾ ਸਰ ਇਹਨੂੰ ਅਸੀਂ ਕਹਿੰਦੇ ਆ ਦੇਖੋ ਇਹਨੂੰ ਅਸੀਂ ਕਹਿੰਦੇ ਆ ਮੈਗਨਾਸਕੋਪ ਮੈਗਨਾਸਕੋਪ ਇਹ ਹੁੰਦਾ ਫੁੱਲ ਡਾਕੂਮੈਂਟ ਦੇਖਣ ਵਾਸਤੇ ਇਹ ਇਹਨੇ ਮੇਰੀ ਮਦਦ ਕੀਤੀ ਇਸ ਇਨਸਟਰੂਮੈਂਟ ਨੇ ਵੈਨ ਆਈ ਐਗਜ਼ਾਮਿਨਡ ਦਾ ਕੰਪਲੀਟ ਡਾਕੂਮੈਂਟ ਵਿਲ ਦਾ ਜਿਹੜਾ ਪੇਜ ਹੁੰਦਾ ਹੈ ਗੁਰਮੁਖੀ ਤੇ ਉਹਦਾ ਆਈ ਪਲੇਸਡ ਇਟ ਔਨ ਦਾ ਟੇਬਲ ਤੇ ਇਹਨੂੰ ਕੰਪਲੀਟ ਨੂੰ ਇਸ ਤਰ੍ਹਾਂ ਐਗਜ਼ਾਮਿਨ ਕੀਤਾ ਐਂਡ ਵੀ ਟੁਕ ਦਾ ਫੋਟੋਗ੍ਰਾਫਸ ਔਨ ਦਾ ਸੇਮ ਉਹਦੇ ਨਾਲ ਇੱਕ ਇੱਕ ਲੈਟਰ ਇੱਕ ਇੱਕ ਅੱਖਰ ਤੁਹਾਡਾ ਹਾਈਲਾਈਟ ਹੁੰਦਾ ਹੈ ਕੋਈ ਵੀ ਚੀਜ਼ ਤੁਹਾਡੀ ਨਜ਼ਰ ਚੋਂ ਬਚ ਨਹੀਂ ਸਕਦੀ ਫਿਰ ਯਾਨੀ ਬਰੀਕੀ ਨਾਲ ਜਿਹੜਾ ਹੈਗਾ ਅਸੀਂ ਫਿਰ ਇਹ ਸਮਝ ਲੈਂਦੇ ਹਾਂ ਕਿ ਆ ਜਿਹੜਾ ਹੈਗਾ ਆ ਸਹੀ ਹੈ ਇਹ ਫਰਜ਼ੀ ਹੈ ਬਿਲਕੁਲ ਮਤਲਬ ਇੱਕ ਇੱਕ ਲੈਟਰ ਜਿਵੇਂ ਤੁਸੀਂ ਆਪਾਂ ਰਾਰੇ ਦੀ ਗੱਲ ਕੀਤੀ ਹੈ ਗੁਰਮੁਖੀ ਦੀ ਗੱਲ ਅਗਰ ਅਸੀਂ ਸਿੰਪਲ ਮੈਗਨੀਫਾਇਰ ਇਹ ਸਾਡੇ ਕੋਲ ਸਿੰਪਲ ਮੈਗਨੀਫਾਇਰ ਹੈ ਸਿੰਪਲ ਮੈਗਨੀਫਾਇਰ ਤਾਂ ਸਰ ਬਹੁਤ ਛੋਟੀ ਚੀਜ਼ਾਂ ਦਿਖਾਉਂਦੇ ਆ ਇਹ ਦਿਖਾਣਗੇ ਜਿਵੇਂ ਇਹ ਆਮ ਬੰਦੇ ਵਾਸਤੇ ਹੈ ਆਮ ਦਿਖਾਣਗੇ ਵੀ ਸਿਗਨੇਚਰ ਮੋਟਾ ਹੋ ਗਿਆ ਠੀਕ ਹੈ ਮੈਂ ਆਪਣੀ ਹੈਡਲਾਈਨਸ ਦੇਖਾਂ ਮੋਟੀਆਂ ਹੋ ਗਈਆਂ ਲੇਕਿਨ ਜਿਹੜੀ ਸਿਗਨੇਚਰ ਦੀ ਰਰੇ ਦੀ ਉੱਪਰਲੀ ਰਰੇ ਦੀ ਨੀਚੀ ਉਹਦੀ ਵੀ ਲਿੰਕ ਕੱਢ ਕੇ ਦੱਸ ਦੇਣੀ ਹੈ ਸਟੀਰੀਓ ਮਾਈਕਰੋਸਕੋਪ ਨੇ ਇਟ ਇਜ਼ ਸੱਚ ਅ ਵੰਡਰਫੁਲ ਇੰਸਟਰੂਮੈਂਟ ਅਸੀਂ ਦੇ ਨਾਲ ਹੀ ਫਿਰ ਫੋਟੋਗ੍ਰਾਫ ਕਲਿੱਕ ਕਰਨੇ ਐਂਡ ਵੀ ਸਬਮਿਟਡ ਇਨ ਦਾ ਕੋਰਟ ਆਫ ਲਾਅ ਅਸੀਂ ਨਾਲ ਦੀ ਨਾਲ ਕਰਦੇ ਨੇ ਸੋ ਇਹ ਸਾਰੀ ਕਹਾਣੀ ਸੀਗੀ ਔਰ ਇਸ ਨੂੰ ਤੁਹਾਨੂੰ ਟਾਈਮ ਕਿੰਨਾ ਲੱਗਿਆ ਇਹ ਸਾਰੀ ਚੀਜ਼ ਨੂੰ ਸਟੱਡੀ ਕਰਨ ਦੇ ਵਿੱਚ ਤਿਆਰ ਕਰਨ ਦੇ ਵਿੱਚ ਪੂਰਾ ਪ੍ਰੂਫ ਬਣਾਉਣ ਦੇ ਵਿੱਚ ਔਰ ਜੋ ਤੁਸੀਂ 2013 ਦੇ ਵਿੱਚ ਖਾਲੀ ਸਾਨੂੰ ਇਨਸਪੈਕਸ਼ਨ ਇਹਨੂੰ ਸਟੱਡੀ ਕਰ 4 ਤੋਂ 5 ਮਹੀਨੇ ਲੱਗੇ ਸੀ ਮੈਨੂੰ 4 ਤੋਂ 5 ਮਹੀਨੇ ਤਿੰਨੇ ਬਿੱਲ ਤੁਸੀਂ ਸਟੱਡੀ ਹਾਂ ਜੀ ਇਹਦੀ ਬੋਡੀ ਕੰਟੈਂਟਸ ਐਂਡ ਸਿਗਨੇਚਰਸ 4 to 5 months it took and we worked very hard on it ਮੈਨੂੰ ਯਾਦ ਹੈ ਕਲਾਇੰਟਸ ਬੈਠੇ ਹੋਣ ਸੀ ਅਸੀਂ 12 ਵਜੇ ਤੱਕ ਰਾਤ ਨੂੰ ਬੈਠ ਕੇ ਇਸ ਤੇ ਕੰਮ ਕੀਤਾ ਪ੍ਰੈਸ਼ਰ ਕਿੰਨਾ ਸੀ very we worked tirelessly and with devotion and dedication we worked on this case
ਕਈ ਲੱਗਦਾ ਸੀਗਾ ਕਿ ਥੋੜਾ ਜਿਹਾ ਵੀ ਇੱਧਰ ਉੱਧਰ ਹੋ ਗਿਆ ਤਾਂ 20,000 ਕਰੋੜ ਦਾ ਮਸਲਾ ਹੈਗਾ ਇਹ। ਸਰ ਓਨੈਸਟਲੀ ਸਪੀਕਿੰਗ ਦਿਮਾਗ 'ਚ ਐਜ਼ ਐਨ ਐਕਸਪਰਟ ਮੇਰੇ ਪੈਸਾ ਨਹੀਂ ਕਦੀ ਹੈ, ਬਿਕੋਜ਼ ਮੈਨੂੰ ਤੁਸੀਂ ਹੈਰਾਨ ਹੋਗੇ ਸੁਣ ਕੇ, ਮੈਨੂੰ ਐਂਡ ਤੱਕ ਜਦ ਤੱਕ ਐਪੈਕਸ ਲੋਅਰ ਕੋਰਟ ਦੀ ਜਜਮੈਂਟ ਨਹੀਂ ਆਈ ਮੈਨੂੰ ਤਦ ਤੱਕ ਪਤਾ ਹੀ ਨਹੀਂ ਸੀ ਕਿੰਨੇ ਹਜ਼ਾਰ ਪ੍ਰੋਪਰਟੀ ਕੇਸ ਸੀ, ਬਿਕੋਜ਼ ਮੇਰੇ ਵਾਸਤੇ ਹਰ ਕਲਾਇੰਟ ਸੇਮ ਹੈ। ਆਈ ਹੈਵ ਟੂ ਡੂ ਮਾਈ ਡਿਊਟੀ ਐਜ਼ ਐਨ ਐਕਸਪਰਟ, I have to devote myself, I have to do the duties। ਮੈਂ ਜਦੋਂ ਐਪੈਕਸ ਕੋਰਟ ਦੀ ਜਜਮੈਂਟ ਆਈ, ਨਾਮ ਆਇਆ ਨਿਊਜ਼ ਵਿੱਚ, ਤਾਂ ਮੈਂ ਹੈਡਲਾਈਨ ਪੜ੍ਹੀ ਨਾ, ਵਰਥ ਪ੍ਰੋਪਰਟੀ 20,000 ਕਰੋੜ, ਦੈਨ ਆਈ ਵਾਸ ਸ਼ੌਕਡ। ਮੈਂ ਕਿਹਾ ਇੰਨੇ ਵੱਡੇ ਕੇਸ 'ਚ ਮੇਰੀ ਰਿਪੋਰਟ ਆਈ ਹੈ, ਯੂ ਫੀਲ ਪ੍ਰਾਊਡ ਆਫ ਯੂ। ਤੇ ਕੋਰਟ ਨੇ ਵੀ ਜ਼ਿਕਰ ਕੀਤਾ ਫਿਰ ਤੁਹਾਡੀ ਰਿਪੋਰਟ? ਹਾਂਜੀ ਬਿਲਕੁਲ ਜੀ, ਜਜਮੈਂਟ 'ਚ ਬਹੁਤ ਮੇਰੇ ਬਾਰੇ ਬਹੁਤ ਕ੍ਰੈਡਿਟਸ ਦਿੱਤੇ, ਬਹੁਤ ਅੱਛਾ ਲਿਖਿਆ। 2013 ਔਰ 2022 ਕਾਫੀ ਫਰਕ ਆ ਗਿਆ, 9 ਸਾਲਾਂ ਦੇ ਵਿੱਚ ਤਕਨੀਕ ਵੀ ਕਾਫੀ ਚੇਂਜ ਹੋਈ ਹੈ। ਹੁਣ ਜਿਹੜਾ ਹੈਗਾ ਹੁਣ ਅਲੱਗ ਤਰੀਕੇ ਨਾਲ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਹੋ ਰਿਹਾ ਹੈ। ਵਾਈਟ ਕਾਲਰ ਕ੍ਰਾਈਮਸ, ਯੈਸ। ਤੇ ਸਾਈਬਰ ਨੂੰ ਲੈ ਕੇ ਵੀ ਕੀ ਕੋਈ ਫੋਰੈਂਸਿਕ ਦੇ ਵਿੱਚ ਇਸ ਤਰ੍ਹਾਂ, ਇਹ ਤਾਂ ਠੀਕ ਹੈ ਹੈਂਡ ਰਿਟਨ ਸੀਗਾ, ਤੁਸੀਂ ਲੈਂਸ ਦੇ ਥੱਲੇ ਰੱਖ ਲਿਆ, ਫੜ ਲਿਆ, ਇਹ ਓਰੀਜਨਲ ਹੈ, ਫੋਰਸਡ ਹੈ। ਸਾਈਬਰ ਦੇ ਵਿੱਚ ਜਿਹੜਾ ਕ੍ਰਾਈਮ ਹੁੰਦਾ ਹੈ ਉਸ ਨੂੰ ਫੜਨ ਦੇ ਲਈ ਕੁਝ ਇਸ ਤਰ੍ਹਾਂ ਦਾ ਬਣ ਰਿਹਾ ਹੈ? ਸਰ ਬਹੁਤ ਅੱਛਾ ਸਵਾਲ ਹੈ। ਸਾਈਬਰ ਦੇ ਵਿੱਚ ਕੀ ਹੋ ਗਿਆ, ਅੱਜ ਕੱਲ੍ਹ ਨਾ ਕਟਿੰਗ ਐਂਡ ਪੇਸਟਿੰਗ ਸਿਗਨੇਚਰਸ ਦੇ ਬਹੁਤ ਕੇਸ ਆਉਂਦੇ ਹੈ। ਤੁਹਾਡਾ ਸਿਗਨੇਚਰ ਹੈ ਪਿਆ ਕਿਧਰੇ, ਕਿਸੇ ਨੇ ਐਦਾਂ ਹੀ ਉਹਨੂੰ ਪਿਕ ਐਂਡ ਪੇਸਟ ਕਰ ਲਿੱਤਾ, ਠੀਕ ਹੈ, ਉਹਨੂੰ ਪੇਸਟ ਕਰ ਦਿੱਤਾ। ਉਹਨੂੰ ਡਿਟੈਕਟ ਕਰਨ ਵਾਸਤੇ ਵੀ ਹੈਵ ਗॉट ਡਿਫਰੈਂਟ ਸੌਫਟਵੇਅਰਸ ਫॉर दैट। ਬਹੁਤ ਉਹਦੇ 'ਚ ਵੀ ਮਿਹਨਤ ਹੈ। ਅਸੀਂ ਇਹ ਸੋਚਦੇ ਖਾਲੀ ਇਹਦੇ 'ਚ ਮਿਹਨਤ ਹੋ ਜੇ, ਬਹੁਤ ਹੈ, ਪਰ ਡਿਫਰੈਂਟ ਸੌਫਟਵੇਅਰ। ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕੀਤਾ, ਆਈ ਐਮ ਡੂਇੰਗ ਕੇਸਿਸ ਰਿਗਾਰਡਿੰਗ ਦਿਸ ਵੌਇਸ ਮੈਚਿੰਗ, ਆਡੀਓ ਵੀਡੀਓ। ਮੈਂ ਆਈ ਵਿਲ ਨਾਟ ਨੇਮ ਦਾ ਕੇਸਿਸ ਕਿਉਂਕਿ ਹਲੇ ਉਹ ਕੇਸਿਸ ਕੋਰਟ ਦੇ ਵਿੱਚ ਚੱਲ ਰਹੇ ਹੈ, ਸਬ ਜੁਡਿਸ ਹੈਗੇ। ਹਾਂਜੀ ਹਲੇ ਉਹ ਕੇਸ ਦੇ ਕੋਰਟ ਦੇ ਵਿੱਚ ਚੱਲ ਰਹੇ ਹੈ। ਆਈ ਐਮ ਡੂਇੰਗ ਵੈਰੀ ਬਿਗ ਕੇਸਿਸ ਰਿਗਾਰਡਿੰਗ ਸੀਸੀਟੀਵੀ, ਬੜੇ ਕ੍ਰਿਮੀਨਲ ਕੇਸਿਸ ਮੈਂ ਕਰ ਰਹੀ ਹਾਂ, ਜਿਸ ਅਸੀਂ ਸੀਸੀਟੀਵੀ ਫੁਟੇਜ ਵਗੈਰਾ ਦੇਖ ਰਹੇ ਹਾਂ। ਹੁਣ ਉਹ ਚੀਜ਼ਾਂ ਆਮ ਕੈਮਰੇ ਵਾਲੀਆਂ ਤਾਂ ਨਹੀਂ ਹੁੰਦੀਆਂ ਨਾ, ਸੋ ਅਸੀਂ ਇਹ ਜਿਹੜਾ ਮੇਰਾ ਸਕਰੀਨ ਹੈ, ਅਸੀਂ ਇਸ 'ਤੇ ਉਹਨੂੰ ਕਰਕੇ ਸ਼ਿਫਟ ਕਰਕੇ ਅਸੀਂ ਇੱਕ ਇੱਕ ਚੀਜ਼ ਦੇਖਦੇ ਹਾਂ, ਕਿੰਨਾ ਬੰਦਾ ਕਿੰਨਾ ਕਦਮ ਚੱਲਿਆ, ਕਿੰਨੇ ਬਾਅਦ ਉਹ ਚੁੱਕਿਆ। ਅਸੀਂ ਫਿਰ ਵੀ ਪੁੱਟ ਇਟ ਇਨ ਆਰ ਸੌਫਟਵੇਅਰ, ਹਰ ਉਹਦਾ ਜਿਹੜੀ ਉਹਦੀ ਇਮੇਜ ਹੁੰਦੀ ਹੈ, ਐਂਡ ਦੈਨ ਵੀ ਡੂ ਇਟ ਵਿਦ ਅ ਸੌਫਟਵੇਅਰ। ਜਿਹੜੀ ਵੌਇਸ ਹੈ, ਯੂ ਵੋਂਟ ਬਿਲੀਵ, ਜਿਹੜੀ 15 ਮਿੰਟ ਦੀ ਵੌਇਸ ਹੈ, ਸਾਨੂੰ 5.5 ਘੰਟੇ ਲੱਗਦੇ ਉਹਨੂੰ ਕਰਨ 'ਚ ਸਿਰਫ। ਇੱਕ ਹੋਰ ਮੈਨੂੰ ਦੱਸੋ, ਹੁਣ ਜਿਹੜਾ ਸਾਈਬਰ ਤੇ ਜਾਂ ਇੰਟਰਨੈਟ ਤੇ ਆ ਕੇ ਕੋਈ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾ ਰਿਹਾ ਹੈ, ਕੋਈ ਧਮਕੀ ਦੇ ਰਿਹਾ ਹੈ, ਜਾਂ ਕਿਸੇ ਨੂੰ ਕੋਈ ਮੈਸੇਜ ਸੈਂਡ ਕਰ ਰਿਹਾ ਹੈ WhatsApp ਤੇ, ਵੀ ਡੂ ਦੈਟ ਆਲਸੋ। ਉਸ ਦੇ ਵਿੱਚ ਕੀ ਹੁੰਦਾ ਹੈ? ਉਹਨੂੰ ਕਿਵੇਂ, ਇਹ ਤਾਂ ਹੈਂਡ ਰਿਟਨ ਹੈਗਾ, ਤੁਸੀਂ ਦੱਸ ਦੋਗੇ ਕਿ ਹਾਂ ਇਹ ਫਰਜ਼ੀ ਹੈ? ਸੌਫਟਵੇਅਰ ਦਿੰਦੇ ਜੀ, ਇਹ ਮੈਸੇਜ ਕਿਹੜੀ ਸੋਰਸ ਤੋਂ ਆਇਆ ਹੋਇਆ, ਇਹ ਮੈਸੇਜ ਵਿੱਚ ਹੁਣ ਕਈ ਵਾਰੀ ਬੰਦਾ ਕਹਿੰਦਾ ਮੈਂ ਚੀਜ਼ ਲਿਖੀ ਨਹੀਂ ਸੀ, ਗਾਲਾਂ ਐਡ ਕਰ ਦਿੱਤੀਆਂ ਕਿਸੇ ਨੇ, ਕੋਈ ਗਲਤ ਫਿਲਥੀ ਲੈਂਗੁਏਜ ਐਡ ਕਰ ਦਿੱਤੀ ਕਿਸੇ ਨੇ, ਦੈਨ ਵੀ ਫਾਈਂਡ ਇਟ ਆਊਟ ਕਿ ਐਡੀਸ਼ਨ ਹੈ, ਕਿ ਸੋ ਮੈਨੀ ਸੌਫਟਵੇਅਰਸ ਆਰ देयर ਜਿਹੜੇ ਸਾਨੂੰ ਈਜ਼ੀਲੀ ਦੱਸਦੇ ਹੈ ਕਿ ਵਾਕਈ ਇਟ ਵਾਸ ਅ ਜੈਨੂਇਨ ਮੈਸੇਜ, ਕਿ ਇਸਕੋ ਐਡਿਟਿੰਗ ਟੈਂਪਰੀ ਛੇੜਛਾੜ ਹੋਈ ਹੋਈ ਹੈ। ਵੀ ਡੂ ਇਟ ਵੀ ਸੇ। ਅੱਛਾ, ਕਈ ਲੋਕਾਂ ਦੇ ਕੋਲ ਹੁਣ ਮੈਸੇਜ ਇਹ ਵੀ ਆਉਂਦੇ ਹੈ, ਕਿਉਂਕਿ ਮੈਂ ਰਾਈਟਿੰਗ ਦੇ ਨਾਲ ਜੁੜੀ ਹੋਈ ਚੀਜ਼ਾਂ ਸਾਰੀ ਇਸ ਕਰੇ ਪੁੱਛ ਰਿਹਾ ਕਿਉਂਕਿ ਇਹ ਬੜਾ ਇੰਟਰਸਟਿੰਗ ਚੀਜ਼ ਹੈਗੀ ਹੈ। ਕਈ ਲੋਕਾਂ ਕੋਲ ਆਉਂਦੇ ਹੈ RBI ਦਾ ਮੈਸੇਜ ਆ ਗਿਆ, RBI ਦੀ ਸਾਈਟ ਦਾ ਜ਼ਿਕਰ ਆ ਗਿਆ, ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਫੋਰਜਡ ਸਾਈਟ ਸੀਗੀ। ਯੈਸ, ਫੈਬਰਿਕੇਟਡ ਫੋਰਸ ਸਾਈਟ ਹੁੰਦੀ ਹੈ ਜੀ, ਫਾਲਸ ਸਾਈਟ ਹੁੰਦੀ ਹੈ ਸਰ। ਉਹ ਅਸੀਂ ਉਹਦੇ 'ਚ ਪਾ ਕੇ ਉਹਨੂੰ ਚੈੱਕ ਕਰੀਦਾ, ਬਟ ਕੁਝ ਚੀਜ਼ਾਂ ਨਾ ਸਾਡੇ ਇਖਤਿਆਰ 'ਚ ਨਹੀਂ ਹੈ। ਕੁਝ ਚੀਜ਼ਾਂ ਜਿਸ ਤਰ੍ਹਾਂ ਕੁਝ ਫੋਨਸ ਐਸੇ ਐਪਲ ਫੋਨ ਹੈ, ਕੁਝ ਹੈ, ਉਹ ਅਸੀਂ ਸੋਰਸ ਵੀ ਕੈਨ ਨਾਟ ਐਜ਼ ਐਨ ਐਕਸਪਰਟ, ਉਹ ਸਿਰਫ ਪੁਲਿਸ ਕੋਲ ਜਾਂਦੇ ਸਰ ਮਾਮਲੇ, ਸਾਨੂੰ ਵੀ ਆਰ ਨਾਟ ਐਂਟਾਈਟਲਡ ਟੂ ਗਿਵ ਰਿਪੋਰਟਸ ਔਨ ਦੈਟ। ਓਕੇ, ਪਰ ਉਹਨਾਂ ਦਾ ਪਤਾ ਲੱਗ ਸਕਦਾ ਹੈ? ਪਤਾ ਲੱਗ ਸਕਦਾ ਬਿਲਕੁਲ ਸਰ, ਸੋਰਸ ਇਹ ਜੈਨੂਇਨ ਮੈਸੇਜ ਹੈ ਕਿ ਫਾਲਸ ਮੈਸੇਜ ਹੈ, ਤਾਂ ਹੀ ਨਾਲ ਹੀ ਲਿਖ ਦਿੱਤਾ ਜਾਂਦਾ ਹੈ ਪਲੀਜ਼ ਡੋਂਟ ਬਿਲੀਵ ਦਿਸ ਮੈਸੇਜ, ਡੋਂਟ ਪ੍ਰੈਸ ਦਿਸ ਲਿੰਕ। ਲਿੰਕ ਮੋਸਟਲੀ ਫਰਾਡ ਹੁੰਦੇ ਆ, ਤੁਹਾਡੇ 1 ਮਿੰਟ 'ਚ ਪੈਸੇ ਨਿਕਲ ਜਾਂਦੇ, ਕੁਝ ਹੁੰਦੇ, ਥੀਸ ਆਰ ਆਲ ਵਾਈਟ ਕਾਲਰ ਸਾਈਬਰ ਕ੍ਰਾਈਮਸ। ਡਾਕਟਰ ਜੈਸੀ ਆਨੰਦ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ। ਥੈਂਕ ਯੂ ਸੋ ਮਚ ਸਰ। ਸੋ ਡਾਕਟਰ ਜੈਸੀ ਆਨੰਦ ਉਹ ਸ਼ਖਸੀਅਤ ਜਿਨ੍ਹਾਂ ਨੇ ਦੱਸਿਆ ਕਿ 20,000 ਕਰੋੜ ਦੀ ਵਸੀਅਤ ਜਿਹੜੀ ਹੈ ਉਹ ਫਰਜ਼ੀ ਹੈ, ਇਹ ਸਹੀ ਨਹੀਂ ਹੈਗੀ, ਤੇ ਇਸ ਨੂੰ ਸਾਬਿਤ ਕੀਤਾ ਅਦਾਲਤ ਦੇ ਵਿੱਚ ਬਕਾਇਦਾ ਆਪਣੀ ਰਿਪੋਰਟ ਦੇ ਨਾਲ। ਕੈਮਰਾ ਪਰਸਨ ਰਾਜਿੰਦਰ ਦੇ ਨਾਲ ਗਗਨਦੀਪ ਚੌਹਾਨ, ਨਿਊਜ਼ 18 ਪੰਜਾਬ, ਚੰਡੀਗੜ੍ਹ।